हेलो बेटा, ਹੁਣ ਵਾਰੀ ਆ ਗਈ ਤੁਹਾਡੀ ਸੈਲਫ ਚੈੱਕ ਕਰਨ ਦੀ। ਆਨਸਰਸ ਦੇ ਸਮੇਤ ਇਹ ਸਾਰੀ ਵੀਡੀਓ ਹੈ। ਤੁਸੀਂ ਆਪਣੇ ਆਨਸਰਸ ਦੇ ਨਾਲ ਮੇਲ ਕਰਾ ਕੇ ਜਿੰਨੇ ਤੁਹਾਡੇ ਇਮਾਨਦਾਰੀ ਨਾਲ ਮਾਰਕਸ ਬਣਦੇ ਹੈ ਉਹ ਲਗਾ ਕੇ ਪਿਕ ਖਿੱਚਣੀ ਹੈ ਤੇ WhatsApp ਗਰੁੱਪ ਵਿੱਚ ਸੈਂਡ ਕਰ ਦੇਣੀ ਹੈ। ਸ਼ਾਬਾਸ਼ बेटा, ਵੈਰੀ ਗੁੱਡ। ਪਹਿਲਾ ਪ੍ਰਸ਼ਨ ਹੈ बेटा, ਵਿਸ਼ਵ ਮੌਸਮ ਸੰਗਠਨ ਡੈਸ਼ ਸਾਲਾਂ ਦੀ ਅਵਧੀ ਦੇ ਦੌਰਾਨ ਜਲਵਾਯੂ ਤੱਤਾਂ ਦੀ ਔਸਤ ਕੱਢ ਕੇ ਜਲਵਾਯੂ ਦਾ ਨਿਰਧਾਰਨ ਕਰਦਾ ਹੈ। ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ describes climate as an arithmetic average of a climate element over a dash year period। ਵਿਸ਼ਵ ਮੌਸਮ ਸੰਗਠਨ ਡੈਸ਼ ਸਾਲਾਂ ਦੀ ਅਵਧੀ ਦੌਰਾਨ ਜਲਵਾਯੂ ਦੇ ਤੱਤਾਂ ਦੀ ਔਸਤ ਕੱਢ ਕੇ ਜਲਵਾਯੂ ਨਿਰਧਾਰਿਤ ਕਰਦਾ ਹੈ। ਇਸ ਦੇ ਆਪਸ਼ਨਸ ਹਨ बेटा, A 20, B 30, C 40 ਜਾਂ D 50। I repeat, A 20, B 30, C 40 or D 50। And the correct answer is ਅਗਲਾ ਪ੍ਰਸ਼ਨ ਹੈ बेटा, ਇੱਕ ਖਾਸ ਇਲਾਕੇ ਵਿੱਚ ਲੰਬੇ ਸਮੇਂ ਦੌਰਾਨ ਤਾਪਮਾਨ, ਨਮੀ, ਵਾਯੂ ਦਾਬ, ਪੌਣਾ, ਵਰਖਾ, ਹੋਰ ਵਾਯੂਮੰਡਲੀ ਤੱਤ ਅਤੇ ਬਾਕੀ ਮੌਸਮੀ ਤਬਦੀਲੀਆਂ ਜੋ ਹੁੰਦੀਆਂ ਉਹਨਾਂ ਦੇ ਨਮੂਨੇ ਦਾ ਅਨੁਮਾਨ ਲਗਾ ਕੇ ਡੈਸ਼ ਮਾਪਿਆ ਜਾਂਦਾ ਹੈ। I repeat, dash is measured by assessing the patterns of variation in temperature, humidity, atmospheric pressure, wind, precipitation, atmospheric particle count, and other meteorological variables in a given region over long periods of time। ਕਿਸੇ ਦਿੱਤੇ ਇਲਾਕੇ ਵਿੱਚ ਲੰਮੇ ਸਮੇਂ ਦੌਰਾਨ ਤਾਪਮਾਨ, ਨਮੀ, ਵਾਯੂ ਦਾਬ, ਪੌਣਾ, ਵਰਖਾ, ਵਾਯੂਮੰਡਲੀ ਤੱਤਾਂ ਦੀ ਗਿਣਤੀ ਅਤੇ ਹੋਰ ਮੌਸਮੀ ਤਬਦੀਲੀਆਂ ਦੇ ਨਮੂਨੇ ਨੂੰ ਮਾਪ ਕੇ ਡੈਸ਼ ਮਾਪਿਆ ਜਾਂਦਾ ਹੈ। ਇਸ ਦੇ ਆਪਸ਼ਨਸ ਹਨ बेटा, A ਮੌਸਮ, B ਜਲਵਾਯੂ, C ਵਰਖਾ ਜਾਂ D ਧੁੱਪ। I repeat, A weather, B climate, C rainfall or D sunlight। and the correct answer is ਅਗਲਾ ਪ੍ਰਸ਼ਨ ਹੈ बेटा, ਹਿਮਾਲਿਆ ਦੇ ਪਹਾੜ ਭਾਰਤ ਦੇ ਡੈਸ਼ ਖੇਤਰ ਦੇ ਮੌਸਮ ਉੱਤੇ ਪ੍ਰਭਾਵ ਪਾਉਂਦੇ ਹਨ। ਹਿਮਾਲਯਨ ਮਾਊਂਟੇਨਸ ਇਨ ਇੰਡੀਆ ਇਫੈਕਟ ਦ ਵੈਦਰ ਆਫ ਡੈਸ਼ ਇੰਡੀਆ। ਹਿਮਾਲਿਆ ਦੇ ਪਹਾੜ ਭਾਰਤ ਦੇ ਡੈਸ਼ ਖੇਤਰ ਦੇ ਮੌਸਮ ਨੂੰ ਪ੍ਰਭਾਵਿਤ ਕਰਦੇ ਹਨ। ਆਪਸ਼ਨਸ ਹਨ A ਉੱਤਰ, B ਪੱਛਮ, C ਦੱਖਣ ਜਾਂ D ਪੂਰਬ। I repeat, A north, B west, C south or D east। and the correct answer is ਅਗਲਾ ਪ੍ਰਸ਼ਨ ਹੈ बेटा, ਜਲਵਾਯੂ ਦੇ ਵਿਗਿਆਨਕ ਅਧਿਐਨ ਜਿਸ ਦੌਰਾਨ ਇੱਕ
ਨਿਸ਼ਚਿਤ ਅਵਧੀ ਵਿੱਚ ਮੌਸਮੀ ਹਾਲਾਤਾਂ ਦੀ ਔਸਤ ਨੂੰ ਵਿਗਿਆਨਕ ਤੌਰ 'ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ ਨੂੰ ਡੈਸ਼ ਕਹਿੰਦੇ ਹਨ। ਡੈਸ਼ is the scientific study of climate, scientifically defined as weather conditions averaged over a period of time। ਯਾਨੀ ਇੱਕ ਸਮੇਂ ਦੇ ਦੌਰਾਨ ਮੌਸਮੀ ਹਾਲਾਤਾਂ ਦੀ ਕੱਢੀ ਹੋਈ ਔਸਤ ਦੇ ਵਿਗਿਆਨਕ ਪਰਿਭਾਸ਼ਿਤ ਨਾਂ ਨੂੰ, ਜਿਸ ਨੂੰ ਆਪਾਂ ਜਲਵਾਯੂ ਦਾ ਵਿਗਿਆਨਕ ਅਧਿਐਨ ਵੀ ਕਹਿੰਦੇ ਹਾਂ, ਨੂੰ ਡੈਸ਼ ਕਹਿੰਦੇ ਹਾਂ। ਇਸ ਦੇ ਆਪਸ਼ਨਸ ਹਨ ਬੇਟਾ, ਏ ਖਗੋਲ ਵਿਗਿਆਨ, ਬੀ ਮੌਸਮ ਵਿਗਿਆਨ, ਸੀ ज्योतिष विज्ञान या ज्योतिष शास्त्र, डी जलवायु विज्ञान। आई रिपीट, ए एस्ट्रोनॉमी, बी मेट्रोलॉजी, सी एस्ट्रोलॉजी और डी क्लाइमेटोलॉजी। And the correct answer is अगला प्रश्न है बेटा, डैश ਵਾਯੂਮੰਡਲੀ ਵਿਗਿਆਨਾਂ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਵਾਯੂਮੰਡਲੀ ਰਸਾਇਣਕ ਬਣਤਰ ਅਤੇ ਵਾਯੂਮੰਡਲੀ ਭੌਤਿਕੀ ਸ਼ਾਮਲ ਹੁੰਦੀ ਹੈ ਤੇ ਇੱਕ ਖਾਸ ਕੇਂਦਰ ਜਿਹੜਾ ਇਸ ਵਿਗਿਆਨ ਦਾ ਮੌਸਮ ਦੀ ਭਵਿੱਖਬਾਣੀ ਕਰਨਾ ਹੁੰਦਾ ਹੈ। ਆਈ ਰਿਪੀਟ, Dash is a branch of the atmospheric sciences which include atmospheric chemistry and atmospheric physics with a major focus on weather forecasting। Dash ਵਾਯੂਮੰਡਲੀ ਵਿਗਿਆਨਾਂ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਵਾਯੂਮੰਡਲੀ ਰਸਾਇਣਕ ਤੰਤਰ ਅਤੇ ਵਾਯੂਮੰਡਲੀ ਭੌਤਿਕੀ ਸ਼ਾਮਲ ਹੁੰਦੀ ਹੈ ਜਿਸ ਦਾ ਮੁੱਖ ਕੇਂਦਰ ਬਿੰਦੂ ਮੌਸਮ ਦੀ ਭਵਿੱਖਬਾਣੀ ਕਰਨਾ ਹੁੰਦਾ ਹੈ। ਇਸ ਦੇ ਆਪਸ਼ਨਸ ਹਨ ਬੇਟਾ, ਏ ਖਗੋਲ ਵਿਗਿਆਨ, ਬੀ ਮੌਸਮ ਵਿਗਿਆਨ, ਸੀ ज्योतिष विज्ञान या ज्योतिष शास्त्र, डी जलवायु विज्ञान। आई रिपीट, ए एस्ट्रोनॉमी, बी मेट्रोलॉजी, सी एस्ट्रोलॉजी और डी क्लाइमेटोलॉजी। And the correct answer is ਅਗਲਾ ਪ੍ਰਸ਼ਨ ਹੈ, ਡੈਸ਼ ਭਾਰਤ ਦੇ ਮੱਧ ਵਿੱਚੋਂ ਲੰਘਦੀ ਹੈ। ਡੈਸ਼ ਪਾਸਿਸ ਥਰੂ ਦ ਮਿਡਲ ਆਫ ਇੰਡੀਆ। ਡੈਸ਼ ਭਾਰਤ ਦੇ ਮੱਧ ਵਿੱਚੋਂ ਲੰਘਦੀ ਹੈ। ਇਸ ਦੇ ਆਪਸ਼ਨਸ ਹਨ ਬੇਟਾ, ਏ ਮਕਰ ਰੇਖਾ, ਬੀ ਕਰਕ ਰੇਖਾ, ਸੀ ਭੂਮਧ ਰੇਖਾ ਜਾਂ ਡੀ ਇਹ ਤਿੰਨੇ ਹੀ। ਆਈ ਰਿਪੀਟ, ਏ ਟ੍ਰੋਪਿਕ ਆਫ ਕੈਪਰੀਕॉर्न, ਬੀ ਟ੍ਰੋਪਿਕ ਆਫ ਕੈਂਸਰ, ਸੀ ਇਕੁਏਟਰ और D all of these। I repeat, A मकर रेखा, B कर्क रेखा, C भूमध्य रेखा या D ये तिन्ने ही। And the correct answer is अगला प्रश्न है बेटा, कर्क रेखा दे नेड़े डैश इलाके भूमध रेखा दे नेड़े हैं। भारत की गल करदा, एरियाज
dash of the Tropic of Cancer are closer to the equator in India। ਭਾਰਤ ਵਿੱਚ ਕਰਕ ਰੇਖਾ ਦੇ ਡੈਸ਼ ਇਲਾਕੇ ਭੂਮਧ ਰੇਖਾ ਦੇ ਨੇੜੇ ਹਨ। ऑप्शंस हैं ए उत्तर, बी पश्चिम, सी दक्षिण या डी पूर्व। आई रिपीट, ए नॉर्थ, बी वेस्ट, सी साउथ और डी ईस्ट। And the correct answer is अगला प्रश्न है बेटा, ਜਿਹੜੇ ਦੇਸ਼ ਭੂਮਧ ਰੇਖਾ ਉੱਤੇ ਸਥਿਤ ਹਨ ਉਹ ਸਾਰਾ ਸਾਲ ਡੈਸ਼ ਰੁੱਤ, ਤਕਰੀਬਨ ਸਾਰਾ ਸਾਲ ਡੈਸ਼ ਰੁੱਤ ਦਾ ਅਨੁਭਵ ਕਰਦੇ ਹਨ। ਕੰਟਰੀਜ਼ ਸਿਚੁਏਟਡ ਔਨ ਇਕੁਏਟਰ ਐਕਸਪੀਰੀਅੰਸ ਡੈਸ਼ ਸੀਜ਼ਨ ਆਲਮੋਸਟ ਥਰੂ ਆਊਟ ਦ ਈਅਰ। ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਭੂਮਧ ਰੇਖਾ ਦੇ ਉੱਤੇ ਸਥਿਤ ਜ਼ਿਆਦਾਤਰ ਦੇਸ਼, ਸਾਰੇ ਹੀ ਦੇਸ਼ ਲਾ ਲਓ, ਤਕਰੀਬਨ ਸਾਰਾ ਸਾਲ ਉੱਥੇ ਡੈਸ਼ ਰੁੱਤ ਹੁੰਦੀ ਹੈ। ਠੀਕ ਹੈ, ਸਮਝ ਲੱਗ ਗਈ। ਜਿਹੜੇ ਦੇਸ਼ ਭੂਮਧ ਰੇਖਾ 'ਤੇ ਸਥਿਤ ਹਨ ਉੱਥੇ ਲਗਭਗ ਸਾਰਾ ਸਾਲ ਡੈਸ਼ ਰੁੱਤ ਹੁੰਦੀ ਹੈ। इसके ऑप्शन हैं बेटा, ए गर्मी, बी सर्दी, सी बरसात या डी इन्हां विच कोई भी नहीं। ए समा, बी विंटर, सी रेनी और डी नन ऑफ दीज। And the correct answer is अगला प्रश्न है बेटा, मुंबई ਵਿੱਚ ਸਾਰਾ ਸਾਲ ਸਮ ਜਲਵਾਯੂ ਰਹਿੰਦਾ ਹੈ, यानी ना ज़्यादा गर्मी ਹੁੰਦੀ ਹੈ ਤੇ ਨਾ ज़्यादा ਠੰਡ ਹੁੰਦੀ ਹੈ, ਕਿਉਂਕਿ ਇਹ ਡੈਸ਼ ਦੇ ਨੇੜੇ ਹੈ। ਮੁੰਬਈ experiences moderate climate throughout the year because it is close to ਡੈਸ਼। ਮੁੰਬਈ ਦੇ ਵਿੱਚ ਸਾਰਾ ਸਾਲ ਸਮ ਜਲਵਾਯੂ ਰਹਿੰਦਾ ਹੈ ਕਿਉਂਕਿ ਮੁੰਬਈ ਡੈਸ਼ ਦੇ ਨੇੜੇ ਹੈ। ਇਸ ਦੇ ਆਪਸ਼ਨਸ ਹਨ ਬੇਟਾ, ਏ ਭੂਮਧ ਰੇਖਾ, ਬੀ ਸਾਗਰ, ਸੀ ਗੋਆ ਜਾਂ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। आई रिपीट, ए इक्वेटर, बी सी गोवा और डी नन ऑफ दीज। And the correct answer is अगला प्रश्न है बेटा, ਅੰਮ੍ਰਿਤਸਰ ਸਰਦੀਆਂ ਦੀ ਰੁੱਤ ਵਿੱਚ ਜ਼ਿਆਦਾ ਠੰਡਾ ਹੁੰਦਾ ਹੈ ਅਤੇ ਗਰਮੀਆਂ ਦੀ ਰੁੱਤ ਵਿੱਚ ਜ਼ਿਆਦਾ ਗਰਮ ਹੁੰਦਾ ਹੈ ਕਿਉਂਕਿ ਇਸ ਦੀ ਡੈਸ਼ ਤੋਂ ਦੂਰੀ ਹੁੰਦੀ ਹੈ। ਆਈ ਰਿਪੀਟ, ਅੰਮ੍ਰਿਤਸਰ ਇਜ਼ ਟੂ ਕੋਲਡ in winter season and too hot in summer because of its distance from the dash। ਅੰਮ੍ਰਿਤਸਰ ਸਰਦੀਆਂ ਵਿੱਚ ਜ਼ਿਆਦਾ ਠੰਡਾ ਅਤੇ ਗਰਮੀਆਂ ਵਿੱਚ ਜ਼ਿਆਦਾ ਗਰਮ ਹੁੰਦਾ ਹੈ ਕਿਉਂਕਿ ਇਸ ਦੀ ਡੈਸ਼ ਤੋਂ ਦੂਰੀ ਹੁੰਦੀ ਹੈ। ਇਸ ਦੇ ਆਪਸ਼ਨਸ ਹਨ ਬੇਟਾ, ए ਬੱਦਲ, ਬੀ ਸਾਗਰ, ਸੀ ਮੁੰਬਈ ਜਾਂ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਆਈ ਰਿਪੀਟ, ए ਕਲਾਊਡਸ, बी सी मुंबई और डी
none of these. And the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤ ਦਾ ਡੈਸ਼ ਹਿੱਸਾ ਇੱਕ ਮਾਰੂਥਲ ਹੋਣਾ ਸੀ ਜੇਕਰ ਹਿਮਾਲਿਆ ਦੇ ਪਹਾੜ ਨਾ ਹੁੰਦੇ। I repeat, dash India would have been a desert area in the absence of Himalayan mountains. ਡੈਸ਼ ਭਾਰਤ ਇੱਕ ਮਾਰੂਥਲੀ ਇਲਾਕਾ ਹੋਣਾ ਸੀ ਜੇ ਹਿਮਾਲਿਆ ਦੇ ਪਹਾੜ ਨਾ ਹੁੰਦੇ। ਆਪਸ਼ਨਸ ਹਨ ਏ ਉੱਤਰ, ਬੀ ਪੱਛਮ, ਸੀ ਦੱਖਣ ਜਾਂ ਡੀ ਪੂਰਬ। ਆਈ ਰਿਪੀਟ, ਏ ਨਾਰਥ, ਬੀ ਵੈਸਟ, ਸੀ ਸਾਊਥ or D east. and the correct answer is ਅਗਲਾ ਪ੍ਰਸ਼ਨ ਹੈ ਬੇਟਾ, ਮੌਨਸੂਨ ਦਾ ਜੂਆ ਅਕਸਰ ਕਿਸ ਨੂੰ ਕਿਹਾ ਜਾਂਦਾ ਹੈ? What is often called the gamble of monsoons? ਮੌਨਸੂਨ ਦਾ ਜੂਆ ਅਕਸਰ ਕਿਸ ਨੂੰ ਕਿਹਾ ਜਾਂਦਾ ਹੈ? ਇਸ ਦੇ ਆਪਸ਼ਨਸ ਹਨ ਬੇਟਾ, ਏ ਭਾਰਤੀ ਨਦੀਆਂ, ਬੀ ਭਾਰਤੀ ਅਰਥ ਵਿਵਸਥਾ, ਸੀ ਭਾਰਤੀ ਝੰਡਾ ਜਾਂ ਡੀ ਭਾਰਤੀ ਵਰਖਾ ਰੁੱਤ ਜਾਂ ਵਰਖਾ। ਆਈ ਰਿਪੀਟ, ਏ ਇੰਡੀਅਨ ਰਿਵਰਸ, ਬੀ Indian economy, C Indian flag or D Indian rainfall. and the correct answer is ਅਗਲਾ ਪ੍ਰਸ਼ਨ ਹੈ ਬੇਟਾ, ਪੱਛਮੀ ਜੈਟ ਸਟਰੀਮ ਡੈਸ਼ ਦੁਆਰਾ ਦੋ ਹਿੱਸਿਆਂ 'ਚ ਵੰਡੀ ਜਾਂਦੀ ਹੈ। ਵੈਸਟਰਲੀ ਜੈਟ ਸਟਰੀਮ ਇਜ਼ ਬਾਈਫਰਕੇਟਿਡ ਬਾਈ ਡੈਸ਼। ਪੱਛਮੀ ਜੈਟ ਸਟਰੀਮ ਡੈਸ਼ ਦੁਆਰਾ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਇਸ ਦੇ ਆਪਸ਼ਨਸ ਹਨ ਬੇਟਾ, ਏ ਪੱਛਮੀ ਘਾਟ, ਬੀ ਪੂਰਬੀ ਘਾਟ, ਸੀ ਅਰਾਵਲੀ ਦੇ ਪਹਾੜ और डी हिमालय ਦੇ ਪਹਾੜ। I repeat, A western ghats, B eastern ghats, C Aravallis or D Himalayas. and the correct answer is which is the hottest month for the northern regions of India? ਭਾਰਤ ਦੇ ਉੱਤਰੀ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਗਰਮੀ ਕਿਹੜੇ ਮਹੀਨੇ ਵਿੱਚ ਹੁੰਦੀ ਹੈ? ਭਾਰਤ ਦੇ ਉੱਤਰੀ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਗਰਮੀ ਕਿਹੜੇ ਮਹੀਨੇ ਵਿੱਚ ਹੁੰਦੀ ਹੈ? ਆਪਸ਼ਨ ਏ ਅਪ੍ਰੈਲ, ਬੀ ਮਈ, ਸੀ ਜੂਨ, ਡੀ ਜੁਲਾਈ। I repeat, A April, B May, C June or D July. And the correct answer is अगला प्रश्न है, लू is the feature of which season in India? लू ਭਾਰਤ ਦੇ ਕਿਹੜੇ ਮੌਸਮ ਦੀ ਖਾਸੀਅਤ ਹੈ? ਲੂ ਭਾਰਤ ਦੇ ਕਿਹੜੇ ਮੌਸਮ ਦੀ ਖਾਸੀਅਤ ਹੈ? ਆਪਸ਼ਨਸ ਹਨ, ਆਪਸ਼ਨ ਏ ਰੇਨੀ, ਆਪਸ਼ਨ ਬੀ ਵਿੰਟਰ, ਆਪਸ਼ਨ ਸੀ ਸਮਰ
ਜਾਂ ਫਿਰ ਆਪਸ਼ਨ ਡੀ all of these? ਆਪਸ਼ਨ ਏ ਵਰਖਾ ਦੀ ਰੁੱਤ, ਆਪਸ਼ਨ ਬੀ ਸਰਦੀਆਂ ਦੀ ਰੁੱਤ, ਆਪਸ਼ਨ ਸੀ ਗਰਮੀਆਂ ਦੀ ਰੁੱਤ, ਜਾਂ ਫਿਰ ਡੀ ਸਾਰੇ ਹੀ, ਇਹਨਾਂ ਵਿੱਚੋਂ ਸਾਰੇ ਹੀ। And the correct answer is next question is the lowest temperatures are recorded at Dras, which is -45 degrees Celsius in India. So tell me, Dras is in which Indian state or union territory? ਭਾਰਤ ਦੇ ਵਿੱਚ ਦਰਾਸ ਨਾਂ ਦੀ ਇੱਕ ਜਗ੍ਹਾ ਹੈ ਜਿੱਥੇ -45 ਡਿਗਰੀ ਸੈਲਸੀਅਸ ਤਾਪਮਾਨ ਰਿਹਾ, ਜੋ ਕਿ ਸਭ ਤੋਂ ਘੱਟ ਹੈ। ਮੈਨੂੰ ਇਹ ਦੱਸੋ, ਦਰਾਸ ਜਿਹੜੀ ਹੈ ਜਗ੍ਹਾ, ਉਹ ਭਾਰਤ ਦੇ ਕਿਹੜੇ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਹੈ? ਆਪਸ਼ਨ ਏ ਮੇਘਾਲਿਆ, ਆਪਸ਼ਨ ਬੀ ਉੱਤਰਾਖੰਡ, ਆਪਸ਼ਨ ਸੀ ਜੰਮੂ ਐਂਡ ਕਸ਼ਮੀਰ, ਜਾਂ ਫਿਰ ਆਪਸ਼ਨ ਡੀ ਲਦਾਖ। ਆਈ ਰਿਪੀਟ, ए मेघालय, बी उत्तराखंड, सी जम्मू एंड कश्मीर, और इसे डी लद्दाख। एंड द करेक्ट आंसर इज अगला प्रश्न है, वेस्टर्न डिस्टर्बेंस इज एसोसिएटेड विद डैश इन नॉर्दर्न इंडिया। ਪੰਜਾਬੀ ਦੇ ਵਿੱਚ ਜੇ ਗੱਲ ਕਰੀਏ, ਪੱਛਮੀ ਗੜਬੜੀ ਦਾ ਉੱਤਰੀ ਭਾਰਤ ਦੇ ਨਾਲ ਡੈਸ਼ ਸੰਬੰਧ ਹੈ। ਆਈ ਰਿਪੀਟ, ਪੱਛਮੀ ਗੜਬੜੀ ਦਾ ਉੱਤਰੀ ਭਾਰਤ ਦੇ ਨਾਲ ਡੈਸ਼ ਸੰਬੰਧ ਹੈ। ਆਪਸ਼ਨਸ ਤੁਹਾਡੀ ਸਕਰੀਨ ਤੇ ਆ ਗਏ ਹਨ। ਆਪਸ਼ਨ ਏ ਸਨੋ, ਆਪਸ਼ਨ ਬੀ ਰੇਨਫਾਲ, ਆਪਸ਼ਨ ਸੀ ਫੋਗ, या फिर ऑप्शन डी ऑल ऑफ दीज। ऑप्शन ए बर्फ, ऑप्शन बी बरसात, ऑप्शन सी धुंध, या फिर ऑप्शन डी इन्हां तिन्नां विचों सारे ही। आई रिपीट, ए स्नो, बी रेनफॉल, सी फॉग, और इज इट ऑप्शन डी ऑल ऑफ दीज? And the correct answer is winter season in India starts in which month? ਸਰਦੀਆਂ ਦੀ ਰੁੱਤ ਦਾ ਆਗਮਨ ਭਾਰਤ ਦੇ ਵਿੱਚ ਕਿਹੜੇ ਮਹੀਨੇ ਵਿੱਚ ਹੁੰਦਾ ਹੈ? Winter season in India starts in which month? ऑप्शन सन ए सितंबर, बी जनवरी, सी नवंबर, या फिर डी दिसंबर। ए सितंबर, बी जनवरी, सी नवंबर, और इज इट डी दिसंबर? आई रिपीट, ए सितंबर, बी जनवरी, सी नवंबर, या फिर डी दिसंबर। एंड द करेक्ट आंसर इज उम्मीद है स्टूडेंट्स आ वाला क्वेश्चन ਤੁਹਾਨੂੰ ਈਜ਼ੀ ਲੱਗੇਗਾ। ਮੋਸਿਨਰਮ ਇਜ਼ ਇਨ ਵਿਚ ਹਿਲਸ? ਮੋਸਿਨਰਮ ਕਿਹੜੀ ਪਹਾੜੀਆਂ ਦੇ ਵਿੱਚ ਹੈ? ਮੋਸਿਨਰਮ ਇਜ਼ ਇਨ ਵਿਚ ਹਿਲਸ? ऑप्शन ए गारो, बी खासी, सी जैंतिया, या फिर डी इन्हां विचों कोई नहीं। ऑप्शन ए गारो, बी खासी, सी जैंतिया, और इज इट डी नन ऑफ दीज? And the correct answer is previous question ਦੇ related एक और question है। खासी hills is in which Indian state? खासी दी पहाड़ियां भारत ਦੇ ਕਿਹੜੇ ਰਾਜ ਦੇ ਵਿੱਚ ਹੈ? ਖਾਸੀ ਦੀਆਂ ਪਹਾੜੀਆਂ
ਭਾਰਤ ਦੇ ਕਿਹੜੇ ਰਾਜ ਦੇ ਵਿੱਚ ਹੈ? ਆਪਸ਼ਨ ਏ ਮੇਘਾਲਿਆ, ਬੀ ਮਣੀਪੁਰ, ਸੀ ਮਿਜ਼ੋਰਮ, ਡੀ all of these। ਏ ਮੇਘਾਲਿਆ, ਬੀ ਮਣੀਪੁਰ, ਸੀ ਮਿਜ਼ੋਰਮ ਜਾਂ ਫਿਰ ਡੀ ਇਹਨਾਂ ਵਿੱਚੋਂ ਸਾਰੀਆਂ ਸਟੇਟਸ ਦੇ ਵਿੱਚ ਹੀ ਖਾਸੀ ਹਿਲਸ ਹੈ। And the correct answer is ਪਹਿਲਾਂ ਆਪਾਂ ਨੂੰ ਇੱਕ ਸਵਾਲ ਆਇਆ ਸੀ ਮੋਸਿਨਰਮ ਕਿਹੜੀਆਂ ਪਹਾੜੀਆਂ ਦੇ ਵਿੱਚ ਹੈ। ਹੁਣ ਇਹ ਸਵਾਲ ਹੈ ਚੇਰਾਪੂੰਜੀ ਜਿਹੜੀ ਜਗ੍ਹਾ ਹੈ ਉਹ ਕਿਹੜੀਆਂ ਪਹਾੜੀਆਂ ਦੇ ਵਿੱਚ ਹੈ। ਚੇਰਾਪੂੰਜੀ is in which hills? ऑप्शन ए गारो, बी खासी, सी जैंतिया या फिर डी इन्हां विचों कोई नहीं। ऑप्शन ए गारो, बी खासी, सी जैंतिया और इज इट डी नन ऑफ दीज। And the correct answer is ਹੁਣ क्वेश्चन थोड़े जिहा ध्यान नाल पढ़ियो। In which of these is the average rainfall is more than 200 centimeter throughout the year? इन्हां विचों किथे औसतन वर्खा पूरे साल दे विच 200 सेंटीमीटर तो ज़्यादा हुंदी है। आई रिपीट, इन्हां विचों किथे औसतन वर्खा पूरे साल दे विच 200 सेंटीमीटर तो ज़्यादा हुंदी है। ऑप्शन सन ऑप्शन ए गुजरात, ऑप्शन बी लद्दाख, ऑप्शन सी पंजाब या फिर ऑप्शन डी इन्हां विचों कोई नहीं। आई रिपीट, ए गुजरात, बी लद्दाख, सी पंजाब और इज डी नन ऑफ दीज। And the correct answer is पिछले प्रश्न के नाल रिलेटेड ही एक और क्वेश्चन है। इन विच ऑफ दीज इज द एवरेज रेनफॉल इज लेस देन 50 सेंटीमीटर थ्रू आउट द ईयर? इन्हां विचों किथे पूरे साल दे विच औसतन वर्खा 50 सेंटीमीटर तो घट हुंदी है? इन्हां विचों किथे पूरे साल दे विच औसतन वर्खा 50 सेंटीमीटर तो घट हुंदी है? ऑप्शन ए मेघालय, ऑप्शन बी लद्दाख, ऑप्शन सी वेस्ट बंगाल, ऑप्शन डी ऑल ऑफ दीज। पहला ऑप्शन है मेघालय, दूसरा है लद्दाख, तीसरा है पश्चिमी बंगाल या फिर डी इन ऊपर तिन्नों विचों सारे ही ऑल ऑफ दीज। And the correct answer is next question is in which of these is the average rainfall is 100 to 200 centimeter throughout the year? इन्हां विचों किथे पूरे साल दे विच औसतन वर्खा 100 ਤੋਂ 200 ਸੈਂਟੀਮੀਟਰ ਦੇ ਵਿੱਚ ਹੁੰਦੀ ਹੈ। आई रिपीट, इन्हां विचों किथे पूरे साल दे विच औसतन वर्खा 100 ਤੋਂ 200 ਸੈਂਟੀਮੀਟਰ ਦੇ ਵਿੱਚ ਹੁੰਦੀ ਹੈ। ऑप्शन सन ए ओडिशा, बी बिहार, सी वेस्ट बंगाल, डी ऑल ऑफ दीज। आई रिपीट, ए ओडिशा, बी बिहार, सी पश्चिमी बंगाल या फिर डी इन्हां विचों सारे ही। And the correct answer is अगला प्रश्न है, ध्यान नाल पढ़ियो। डैश इज ए लाइन ड्रॉन ऑन ए मैप कनेक्टिंग पॉइंट्स हैविंग इक्वल अमाउंट ऑफ प्रेसिपिटेशन ड्यूरिंग ए गिवन टाइम पीरियड और फॉर ए पर्टिकुलर स्टॉर्म। डैश
ਨਕਸ਼ੇ ਉੱਪਰ ਦਿਖਾਈ ਜਾਂਦੀ ਉਹ ਰੇਖਾ ਹੈ ਜਿਹੜੀ ਕਿਸੇ ਖਾਸ ਸਮੇਂ ਉੱਤੇ ਇੱਕੋ ਜਿਹੀ ਵਰਖਾ ਵਾਲੇ ਸਥਾਨਾਂ ਨੂੰ ਮਿਲਾਉਂਦੀ ਹੈ। ਡੈਸ਼ ਨਕਸ਼ੇ ਉੱਤੇ ਦਿਖਾਈ ਜਾਣ ਵਾਲੀ ਉਹ ਰੇਖਾ ਹੈ ਜਿਹੜੀ ਕਿਸੇ ਖਾਸ ਸਮੇਂ ਉੱਤੇ ਇੱਕੋ ਜਿਹੀ ਵਰਖਾ ਵਾਲੇ ਸਥਾਨਾਂ ਨੂੰ ਮਿਲਾਉਂਦੀ ਹੈ। ऑप्शन ए आइसोहाइट यानी कि समवर्खा, ऑप्शन बी आइसोथर्म्स यानी कि समताप रेखा, ऑप्शन सी बोथ ऑफ दीस यानी कि यह दोनों ही, या फिर ऑप्शन डी नन ऑफ दीस इन्हां विचों कोई नहीं। एंड द करेक्ट आंसर इज प्रश्न है अरेबियन सी ब्रांच एंड द बे ऑफ बंगाल ब्रांच आर द टू ब्रांचेस ऑफ वट। अरब सागर ਦੀ ਸ਼ਾਖਾ ਅਤੇ ਬੰਗਾਲ ਦੀ ਖਾੜੀ ਦੀ ਸ਼ਾਖਾ ਕਿਸ ਦੀਆਂ ਦੋ ਸ਼ਾਖਾਵਾਂ ਹਨ? ਆਈ ਰਿਪੀਟ, ਅਰਬ ਸਾਗਰ ਦੀ ਸ਼ਾਖਾ ਅਤੇ ਬੰਗਾਲ ਦੀ ਖਾੜੀ ਦੀ ਸ਼ਾਖਾ ਕਿਸ ਦੀਆਂ ਦੋ ਸ਼ਾਖਾਵਾਂ ਹਨ? ਅਰੇਬੀਅਨ ਸੀ ਬ੍ਰਾਂਚ ਐਂਡ ਦ ਬੇ ਆਫ ਬੰਗਾਲ ਬ੍ਰਾਂਚ ਆਰ ਦ ਟੂ ਬ੍ਰਾਂਚੇਸ ਆਫ ਵਟ। पहला ऑप्शन है हिंद महासागर, दूसरा भारत के मानसून, तीसरा भारत की जल सेना, या फिर डी भारतीय प्रायद्वीप। आई रिपीट, ए इंडियन ओशन, बी इंडियन मानसून्स, सी इंडियन नेवी और डी इंडियन पेनिनसुला। एंड द करेक्ट आंसर इज इस प्रश्न से बेटा तुसी साल भरना है। बोलदा हाँ, साल डैश दी दसंबर दी सुनामी एक विनाशकारी सुनामी सी जिसने इंडोनेशिया, मलेशिया, थाईलैंड, श्रीलंका, मालदीव ਅਤੇ ਬੰਗਲਾਦੇਸ਼ ਵਿੱਚ 3 ਲੱਖ ਦੇ ਕਰੀਬ ਲੋਕਾਂ ਦੀ ਜਾਨ ਲੈ ਲਈ ਅਤੇ ਉਹਨਾਂ ਦੇ ਘਰ ਤਬਾਹ ਕਰ ਦਿੱਤੇ। ਆਈ ਰਿਪੀਟ, December dash tsunami was a devastating one that affected Indonesia, Malaysia, Thailand, Sri Lanka, Maldives and Bangladesh, killing around 3 lakh people and their houses devastated. December dash ਦੀ ਸੁਨਾਮੀ ਇੱਕ ਵਿਨਾਸ਼ਕਾਰੀ ਸੁਨਾਮੀ ਸੀ ਜਿਸ ਨੇ ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ, ਸ਼੍ਰੀਲੰਕਾ, ਮਾਲਦੀਵ ਅਤੇ ਬੰਗਲਾਦੇਸ਼ ਵਿੱਚ 3 ਲੱਖ ਦੇ ਕਰੀਬ ਲੋਕਾਂ ਦੀ ਜਾਨ ਲੈ ਲਈ ਅਤੇ ਉਹਨਾਂ ਦੇ ਘਰ ਤਬਾਹ ਕਰ ਦਿੱਤੇ। ਡੈਸ਼ ਭਰੋ। ਇਸ ਦੇ ਆਪਸ਼ਨਸ ਹਨ ਬੇਟਾ A 2004, B 2005, C 2006 ਜਾਂ D 2007। A 2004, B 2005, C 2006 और D 2007। And the correct answer is ਇਹ ਬੇਟਾ ਤਸਵੀਰ ਵਾਲਾ ਸਵਾਲ ਹੈ। ਇਸ ਵਿੱਚ ਪਹਿਲਾਂ ਤਸਵੀਰ ਵੇਖੋ ਤੁਸੀਂ। ਹੁਣ ਸਵਾਲ ਇਹ ਹੈ ਕਿ ਇਸ ਯੰਤਰ ਦੀ ਪਹਿਚਾਣ ਕਰੋ। ਆਇਡੈਂਟੀਫਾਈ ਦੀ ਇੰਸਟਰੂਮੈਂਟ। ਇਸ ਯੰਤਰ ਦੀ ਪਹਿਚਾਣ ਕਰੋ, ਕਿਹੜਾ ਯੰਤਰ ਹੈ? ਇਸ ਦੇ ਆਪਸ਼ਨਸ ਹਨ ਬੇਟਾ A ਵਰਖਾ ਮਾਪਕ ਯੰਤਰ, B ਐਨਰੋਇਡ ਬੈਰੋਮੀਟਰ ਵਾਯੂ ਦਾਬ ਮਾਪਕ ਯੰਤਰ, C विंडमेन वायु दिशा सूचक यंत्र, या डी इन्हां विचों कोई भी नहीं। आई रिपीट, ए रेन गेज, बी एनरॉइड बैरोमीटर, सी विंडवेन और डी नन ऑफ दीज।
And the correct answer is ਇਹ ਬੇਟਾ ਤਸਵੀਰ ਵਾਲਾ ਸਵਾਲ ਹੈ। ਇਸ ਵਿੱਚ ਪਹਿਲਾਂ ਤਸਵੀਰ ਵੇਖੋ ਤੁਸੀਂ। ਹੁਣ ਸਵਾਲ ਇਹ ਹੈ ਕਿ ਇਸ ਯੰਤਰ ਦੀ ਪਹਿਚਾਣ ਕਰੋ। ਆਇਡੈਂਟੀਫਾਈ ਦੀ ਇੰਸਟਰੂਮੈਂਟ। ਇਸ ਯੰਤਰ ਦੀ ਪਹਿਚਾਣ ਕਰੋ, ਕਿਹੜਾ ਯੰਤਰ ਹੈ। ਇਸ ਦੇ ਆਪਸ਼ਨਸ ਹਨ ਬੇਟਾ A ਵਰਖਾ ਮਾਪਕ ਯੰਤਰ, B ਐਨਰੋਇਡ ਬੈਰੋਮੀਟਰ ਵਾਯੂ ਦਾਬ ਮਾਪਕ ਯੰਤਰ, C ਵਿੰਡਮੇਨ ਵਾਯੂ ਦਿਸ਼ਾ ਸੂਚਕ ਯੰਤਰ, ਜਾਂ D ਇਹਨਾਂ ਵਿੱਚੋਂ ਕੋਈ ਵੀ ਨਹੀਂ। ਆਈ ਰਿਪੀਟ, A ਰੇਨ ਗੇਜ, B ਐਨਰੋਇਡ ਬੈਰੋਮੀਟਰ, C ਵਿੰਡਵੇਨ or D none of these. and the correct answer is maximum minimum thermometer. ਇਹ ਬੇਟਾ ਤਸਵੀਰ ਵਾਲਾ ਸਵਾਲ ਹੈ। ਇਸ ਵਿੱਚ ਪਹਿਲਾਂ ਤਸਵੀਰ ਵੇਖੋ ਤੁਸੀਂ। ਹੁਣ ਸਵਾਲ ਇਹ ਹੈ ਕਿ ਇਸ ਯੰਤਰ ਦੀ ਪਹਿਚਾਣ ਕਰੋ। ਆਇਡੈਂਟੀਫਾਈ ਦੀ ਇੰਸਟਰੂਮੈਂਟ। ਇਸ ਯੰਤਰ ਦੀ ਪਹਿਚਾਣ ਕਰੋ, ਕਿਹੜਾ ਯੰਤਰ ਹੈ। ਇਸ ਦੇ ਆਪਸ਼ਨਸ ਹਨ ਬੇਟਾ A ਵਰਖਾ ਮਾਪਕ ਯੰਤਰ, B ਐਨਰੋਇਡ ਬੈਰੋਮੀਟਰ ਵਾਯੂ ਦਾਬ ਮਾਪਕ ਯੰਤਰ, C ਵਿੰਡਮੇਨ ਵਾਯੂ ਦਿਸ਼ਾ ਸੂਚਕ ਯੰਤਰ, ਜਾਂ D ਇਹਨਾਂ ਵਿੱਚੋਂ ਕੋਈ ਵੀ ਨਹੀਂ। ਆਈ ਰਿਪੀਟ, A ਰੇਨ ਗੇਜ, B ਐਨਰੋਇਡ ਬੈਰੋਮੀਟਰ, C ਵਿੰਡਵੇਨ or D none of these. And the correct answer is ਇਹ ਬੇਟਾ ਤਸਵੀਰ ਵਾਲਾ ਸਵਾਲ ਹੈ। ਇਸ ਵਿੱਚ ਪਹਿਲਾਂ ਤਸਵੀਰ ਵੇਖੋ ਤੁਸੀਂ। ਹੁਣ ਸਵਾਲ ਇਹ ਹੈ ਕਿ ਇਸ ਯੰਤਰ ਦੀ ਪਹਿਚਾਣ ਕਰੋ। ਆਇਡੈਂਟੀਫਾਈ ਦੀ ਇੰਸਟਰੂਮੈਂਟ। ਇਸ ਯੰਤਰ ਦੀ ਪਹਿਚਾਣ ਕਰੋ, ਕਿਹੜਾ ਯੰਤਰ ਹੈ। ਇਸ ਦੇ ਆਪਸ਼ਨਸ ਹਨ ਬੇਟਾ A ਵਰਖਾ ਮਾਪਕ ਯੰਤਰ, B ਐਨਰੋਇਡ ਬੈਰੋਮੀਟਰ ਵਾਯੂ ਦਾਬ ਮਾਪਕ ਯੰਤਰ, C ਵਿੰਡਮੇਨ ਵਾਯੂ ਦਿਸ਼ਾ ਸੂਚਕ ਯੰਤਰ, ਜਾਂ D ਇਹਨਾਂ ਵਿੱਚੋਂ ਕੋਈ ਵੀ ਨਹੀਂ। ਆਈ ਰਿਪੀਟ, A ਰੇਨ ਗੇਜ, B ਐਨਰੋਇਡ ਬੈਰੋਮੀਟਰ, C ਵਿੰਡਵੇਨ or D none of these. and the correct answer is ਅਗਲਾ ਪ੍ਰਸ਼ਨ ਹੈ ਬੇਟਾ ਡੈਸ਼ ਇੱਕ ਯੰਤਰ ਹੈ ਜਿਸ ਨੂੰ ਮੌਸਮ ਵਿਗਿਆਨੀ ਇੱਕ ਖਾਸ ਸਮੇਂ ਦੌਰਾਨ ਪਈ ਵਰਖਾ ਨੂੰ ਇਕੱਠਾ ਕਰਨ ਅਤੇ ਮਾਪਣ ਲਈ ਵਰਤਦੇ ਹਨ। I repeat, dash is an instrument used by meteorologists and hydrologists to gather and measure the amount of liquid precipitation over set period of time. ਡੈਸ਼ ਇੱਕ ਯੰਤਰ ਹੈ ਜਿਸ ਨੂੰ ਮੌਸਮ ਵਿਗਿਆਨੀ ਇੱਕ ਖਾਸ ਸਮੇਂ ਦੌਰਾਨ ਵਰਖਾ ਇਕੱਠੀ ਕਰਨ ਅਤੇ ਉਸ ਨੂੰ ਮਾਪਣ ਲਈ ਵਰਤਦੇ ਹਨ। ਇਸ ਦੇ ਆਪਸ਼ਨਸ ਹਨ ਬੇਟਾ A ਵਰਖਾ ਮਾਪਕ ਯੰਤਰ, B
एनरॉयड बैरोमीटर या वायु दाब मापक यंत्र, सी वायु दिशा सूचक और डी ये सारे। आई रिपीट, ए रेन गेज, बी एनरॉयड बैरोमीटर, सी विंड वेन और डी ऑल ऑफ दीज। And the correct answer is अगला प्रश्न है बेटा, डैश हवा का दाब मापन वाला एक यंत्र है। डैश इज एन इंस्ट्रूमेंट फॉर मेजरिंग एयर प्रेशर। हवा का दाब मापन वाला डैश एक यंत्र है। इसके ऑप्शन हैं बेटा, ए वर्खा मापक यंत्र, बी एनरॉयड बैरोमीटर या वायु दाब मापक यंत्र, सी वायु दिशा सूचक और डी ये सारे। आई रिपीट, ए रेन गेज, बी एनरॉयड बैरोमीटर, सी विंड वेन और डी ऑल ऑफ दीज। and the correct answer is अगला प्रश्न है बेटा, पौन की दिशा दसन वाला डैश एक यंत्र हुंदा है। डैश इज एन इंस्ट्रूमेंट यूज टू इंडिकेट विंड डायरेक्शन। पौन की दिशा दसन वाला डैश एक यंत्र हुंदा है। इसके ऑप्शन हैं बेटा, ए वर्खा मापक यंत्र, बी एनरॉयड बैरोमीटर या वायु दाब मापक यंत्र, सी वायु दिशा सूचक और डी ये सारे। आई रिपीट, ए रेन गेज, बी एनरॉयड बैरोमीटर, सी विंड वेन और डी ऑल ऑफ दीज। and the correct answer is अगला प्रश्न है बेटा, उच्चतम न्यूनतम थर्मामीटर विच डैश आकार दी ਕੱਚ ਦੀ ट्यूब ਹੁੰਦੀ है जिस विच दोनों सिरियां उपर अल्कोहल भरिया ਹੁੰਦਾ है। आई रिपीट, द मैक्सिमम मिनिमम थर्मामीटर consists of a dash shaped glass tube filled with alcohol on both ends of the tube। ਉੱਚਤਮ ਨਿਊਨਤਮ ਥਰਮਾਮੀਟਰ ਵਿੱਚ ਇੱਕ ਡੈਸ਼ ਆਕਾਰ ਦੀ ਕੱਚ ਦੀ ਨਲੀ ਹੁੰਦੀ ਹੈ ਜਿਸ ਦੇ ਦੋਹਾਂ ਸਿਰਿਆਂ ਉੱਪਰ ਅਲਕੋਹਲ ਭਰਿਆ ਹੁੰਦਾ ਹੈ। ਇਸ ਦੇ ਆਪਸ਼ਨਸ ਹਨ ਬੇਟਾ, A ਲੈਟਰ T, B ਲੈਟਰ U, C ਲੈਟਰ O और D ਇਹਨਾਂ ਵਿੱਚੋਂ ਕੋਈ ਵੀ ਨਹੀਂ। none of these। I repeat, A ਅੱਖਰ T, B ਅੱਖਰ U, C ਅੱਖਰ O ਜਾਂ D ਇਹਨਾਂ ਵਿੱਚੋਂ ਕੋਈ ਵੀ ਨਹੀਂ। And the correct answer is अगला प्रश्न है बेटा, डैश थर्मामीटर एक यंत्र हुंदा है जिहड़ा वायुमंडल विच सापेख नमी मापन लई वरतिया जांदा है। डैश थर्मामीटर इज एन इंस्ट्रूमेंट यूज्ड टू मेजर द रिलेटिव ह्यूमिडिटी ऑफ द एटमोसफेयर। डैश थर्मामीटर वायुमंडल विच मौजूद
ਸਾਪੇਖ ਨਮੀ ਨੂੰ ਮਾਪਣ ਵਾਲਾ ਇੱਕ ਯੰਤਰ ਹੈ। ਇਸ ਦੇ ਆਪਸ਼ਨਸ ਹਨ ਬੇਟਾ, ਏ ਉੱਚਤਮ ਨਿਊਨਤਮ ਥਰਮਾਮੀਟਰ, ਬੀ ਸੁੱਕੀ ਅਤੇ ਗਿੱਲੀ ਗੋਲੀ ਦਾ ਥਰਮਾਮੀਟਰ, ਸੀ ਡਿਜੀਟਲ ਥਰਮਾਮੀਟਰ, ਜਾਂ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਆਈ ਰਿਪੀਟ, ਏ ਮੈਕਸਿਮਮ ਮਿਨੀਮਮ ਥਰਮਾਮੀਟਰ, ਬੀ ਡਰਾਈ ਐਂਡ ਵੈਟ ਬਲਬ ਥਰਮਾਮੀਟਰ, ਸੀ डिजिटल thermometer, or D none of these. And the correct answer is अगला प्रश्न है बेटा, एनीमोमीटर या वायु वेग मापक यंत्र ਉਹ ਯੰਤਰ ਹੁੰਦਾ ਹੈ ਜਿਹੜਾ ਡੈਸ਼ ਦੀ ਗਤੀ ਮਾਪਣ ਲਈ ਵਰਤਿਆ ਜਾਂਦਾ ਹੈ। ਆਈ ਰਿਪੀਟ, ਐਨ ਐਨੀਮੋਮੀਟਰ ਇਜ਼ ਅ ਡਿਵਾਈਸ ਯੂਜ਼ਡ ਫॉर ਮੈਜ਼ਰਿੰਗ ਦਾ ਸਪੀਡ ਆਫ ਡੈਸ਼। ਐਨੀਮੋਮੀਟਰ ਇੱਕ ਯੰਤਰ ਹੁੰਦਾ ਹੈ ਜਿਹੜਾ ਡੈਸ਼ ਦੀ ਗਤੀ ਮਾਪਣ ਲਈ ਵਰਤਿਆ ਜਾਂਦਾ ਹੈ। ਇਸ ਦੇ ਆਪਸ਼ਨਸ ਹਨ ਬੇਟਾ, ਏ ਰੋਸ਼ਨੀ, बी हवा, सी आवाज़, या डी इन्हां विचों कोई भी नहीं। आई रिपीट, ए लाइट, बी विंड, सी साउंड, और डी नन ऑफ दीज। And the correct answer is अगला प्रश्न है बेटा, शब्द सुनामी किस भाषा तो लिया गया है? द वर्ड सुनामी इज अ बोरिंग फ्रॉम विच लैंग्वेज? सुनामी शब्द किस भाषा तो लिया गया है? इसके ऑप्शंस हैं बेटा, ए चाइनीज़, बी रशियन, सी जापानीज़, और डी नन ऑफ दीज। आई रिपीट, ए चीनी, बी रूसी, सी जापानी, या डी इन्हां विचों कोई भी नहीं। And the correct answer is अगला प्रश्न है बेटा, डैश वरखा उदों होंदी है जदों धरती अपने आले दुआले दे अस्थिर या कह लो नमी वाले वायुमंडल विच ज़्यादा गर्म हो जाती है ਅਤੇ ਉਸ ਦੇ ਨਾਲ ਵਾਸ਼ਪੀਕਰਨ ज़्यादा ਹੁੰਦਾ है। आई रिपीट, डैश रेनफॉल occurs when the earth's surface within a conditionally unstable or moist atmosphere becomes heated more than its surroundings, leading to significant evaporation। धरती की सतह अपने अस्थिर या सिले वायुमंडल विच, नमी वाले वायुमंडल विच अपने आले दुआले तो ज़्यादा गर्म हो जाती है ਅਤੇ ਜਿਸ ਨਾਲ ਵਾਸ਼ਪੀਕਰਨ ज़्यादा ਹੁੰਦਾ ਹੈ, ਉਦੋਂ ਹੀ ਵਰਖਾ ਹੁੰਦੀ ਹੈ। ਇਸ ਦੇ ਆਪਸ਼ਨਸ ਹਨ ਬੇਟਾ, ए ਚੱਕਰਵਾਤੀ, बी संवहन, सी पर्वती, या डी ये सारियां ही। आई रिपीट, ए साइक्लोनिक, बी कन्वेक्शनल, सी ओरोग्राफिक, और डी ऑल ऑफ दीज। And the correct answer is option B, convectional। अगला प्रश्न है बेटा, डैश वर्खा उदों हुंदी है
ਜਦੋਂ ਪੌਣਾ ਦੁਆਰਾ ਹਵਾਵਾਂ ਨੂੰ ਧੱਕ ਕੇ ਉੱਚੀਆਂ ਜ਼ਮੀਨਾਂ ਜਿਵੇਂ ਕਿ ਵੱਡੇ ਪਹਾੜ ਹੁੰਦੇ ਆ ਵੱਲ ਲਿਜਾਇਆ ਜਾਂਦਾ ਹੈ। ਡੈਸ਼ ਰੇਨਫਾਲ ਇਜ਼ ਕਾਜ਼ਡ when masses of air pushed by wind are forced up the side of elevated land formations such as large mountains। ਡੈਸ਼ ਵਰਖਾ ਉਦੋਂ ਹੁੰਦੀ ਹੈ ਜਦੋਂ ਪੌਣਾ ਦੁਆਰਾ ਹਵਾਵਾਂ ਨੂੰ ਉੱਚੀਆਂ ਜ਼ਮੀਨਾਂ ਜਿਵੇਂ ਕਿ ਵੱਡੇ ਪਹਾੜ ਹੁੰਦੇ ਹਨ ਵੱਲ ਧੱਕ ਦਿੱਤਾ ਜਾਂਦਾ ਹੈ। ਇਸ ਦੇ ਆਪਸ਼ਨਸ ਹਨ ਬੇਟਾ, A ਚੱਕਰਵਾਤੀ, B ਸੰਵਹਿਨ, C ਪਰਬਤੀ ਜਾਂ D ਇਹ ਸਾਰੀਆਂ ਹੀ। I repeat, A cyclonic, B convectional, C orographic or D all of these। And the correct answer is option C, orographic। ਅਗਲਾ ਪ੍ਰਸ਼ਨ ਹੈ ਬੇਟਾ, ਡੈਸ਼ ਵਰਖਾ ਉਦੋਂ ਹੁੰਦੀ ਹੈ ਜਦੋਂ ਉਸ਼ਣ ਕਟਬੰਧੀ ਗਰਮ ਹਵਾ ਠੰਡੀ ਹਵਾ ਦੇ ਨਾਲ ਮਿਲ ਕੇ ਆਮੋ ਸਾਹਮਣੇ ਪ੍ਰਣਾਲੀਆਂ ਉਸ਼ਣ ਕਟਬੰਧੀ ਚੱਕਰਵਾਤਾਂ ਦੇ ਆਲੇ ਦੁਆਲੇ ਬਣਾਉਂਦੀਆਂ ਹਨ। ਡੈਸ਼ ਰੇਨਫਾਲ ਇਜ਼ ਕਾਜ਼ਡ ਬਾਈ ਫਰੰਟਲ ਸਿਸਟਮਸ surrounding extratropical cyclones or lows which form when warm and often tropical air meets cooler air। ਡੈਸ਼ ਵਰਖਾ ਉਦੋਂ ਹੁੰਦੀ ਹੈ ਜਦੋਂ ਗਰਮ ਹਵਾਵਾਂ ਜਿਹੜੀਆਂ ਉਸ਼ਣ ਕਟਬੰਧੀ ਹੁੰਦੀਆਂ ਗਰਮ ਹਵਾਵਾਂ ਠੰਡੀਆਂ ਹਵਾਵਾਂ ਦੇ ਨਾਲ ਮਿਲ ਕੇ ਆਮੋ ਸਾਹਮਣੇ ਪ੍ਰਣਾਲੀਆਂ ਬਣਾਉਂਦੀਆਂ, ਉਹ ਵੀ ਚੱਕਰਵਾਤਾਂ ਜਿਹੜੇ ਉਸ਼ਣ ਕਟਬੰਧੀ ਚੱਕਰਵਾਤ ਹੁੰਦੇ ਉਹਨਾਂ ਦੇ ਆਲੇ ਦੁਆਲੇ। ਦੱਸੋ ਬਈ। ਇਸ ਦੇ ਆਪਸ਼ਨਸ ਹਨ ਬੇਟਾ, A ਚੱਕਰਵਾਤੀ, B ਸੰਵਹਿਨ, C ਪਰਬਤੀ ਜਾਂ D ਇਹ ਸਾਰੀਆਂ ਹੀ। I repeat, A cyclonic, B convectional, C orographic or D all of these। And the correct answer is option A, cyclonic। अगला प्रश्न है बेटा, डैश वरखा प्रतिशतता पूछिए बेटे, ਭਾਰਤ ਵਿੱਚ ਡੈਸ਼ ਵਰਖਾ ਮੌਨਸੂਨ 'ਤੇ ਨਿਰਭਰ ਕਰਦੀ ਹੈ। ਆਈ ਰਿਪੀਟ, ਦ ਡੈਸ਼ ਪਰਸੈਂਟੇਜ ਆਫ ਰੇਨਫਾਲ ਇਨ ਇੰਡੀਆ ਡਿਪੈਂਡਸ ਅਪੋਨ ਦ ਮੌਨਸੂਨ। ਭਾਰਤ ਵਿੱਚ ਡੈਸ਼ ਪ੍ਰਤੀਸ਼ਤ ਵਰਖਾ ਮੌਨਸੂਨ 'ਤੇ ਨਿਰਭਰ ਕਰਦੀ ਹੈ। ਇਸ ਦੇ ਆਪਸ਼ਨਸ ਹਨ ਬੇਟਾ, 80%, 85%, 90% ਜਾਂ 95%। आई रिपीट, A 80%, B 85%, C 90% और D 95%। And the correct answer is option C, 90%। ਅਗਲਾ ਪ੍ਰਸ਼ਨ ਹੈ ਬੇਟਾ, ਕਿਹੜੀ ਭਾਰਤੀ ਸਟੇਟ ਵਿੱਚ ਜਾਂ ਕਿਹੜੇ ਭਾਰਤੀ ਰਾਜ ਵਿੱਚ ਮੌਨਸੂਨ ਪੌਣਾ ਪਹਿਲਾਂ ਦਾਖਲ ਹੁੰਦੀਆਂ ਹਨ? ਮੌਨਸੂਨਸ ਫਸਟ ਐਂਟਰ ਇਨ ਵਿਚ ਇੰਡੀਅਨ ਸਟੇਟ। ਕਿਹੜੇ ਭਾਰਤੀ ਰਾਜ ਵਿੱਚ ਮੌਨਸੂਨ ਪੌਣਾ ਸਭ ਤੋਂ ਪਹਿਲਾਂ ਦਾਖਲ ਹੁੰਦੀਆਂ ਹਨ, ਪ੍ਰਵੇਸ਼ ਕਰਦੀਆਂ ਹਨ? ਇਸ ਦੇ ਆਪਸ਼ਨਸ ਹਨ ਬੇਟਾ, A केरला, B आंध्र प्रदेश, C कर्नाटका और D none of these। I repeat, A केरला, B आंध्र प्रदेश, C कर्नाटका या D ਇਹਨਾਂ ਵਿੱਚੋਂ ਕੋਈ ਵੀ ਨਹੀਂ।
And the correct answer is option A, Kerala. ਅਗਲਾ ਪ੍ਰਸ਼ਨ ਹੈ ਬੇਟਾ, ਤੁਸੀਂ ਦੱਸਿਆ ਸੀ ਮੌਨਸੂਨ ਪਾਉਣਾ ਭਾਰਤ ਵਿੱਚ ਪਹਿਲਾਂ ਕਿਹੜੀ ਸਟੇਟ ਵਿੱਚ ਆਉਂਦੀਆਂ। ਹੁਣ ਪ੍ਰਸ਼ਨ ਦਾ ਥੋੜ੍ਹਾ ਜਿਹਾ ਰੂਪ ਚੇਂਜ ਕੀਤਾ। ਮੌਨਸੂਨ ਫਸਟ ਹਿਟਸ ਡੈਸ਼ ਇਨ ਇੰਡੀਆ। ਮੌਨਸੂਨ ਪਹਿਲਾਂ ਭਾਰਤ ਵਿੱਚ ਡੈਸ਼ ਨਾਲ ਟਕਰਾਉਂਦੀਆਂ ਹਨ। ਆਪਸ਼ਨਸ ਦੇਖਿਓ ਫਿਰ ਧਿਆਨ ਨਾਲ ਉੱਤਰ ਦੇਣਾ। ਮੌਨਸੂਨ ਪਾਉਣਾ ਭਾਰਤ ਵਿੱਚ ਪਹਿਲਾਂ ਡੈਸ਼ ਨਾਲ ਟਕਰਾਉਂਦੀਆਂ ਹਨ। ਆਪਸ਼ਨਸ ਹਨ ਬੇਟਾ, ਏ ਪੱਛਮੀ ਘਾਟ, ਬੀ ਪੂਰਬੀ ਘਾਟ, ਸੀ ਇਹਨਾਂ ਦੋਵਾਂ ਨਾਲ ਹੀ, ਜਾਂ ਡੀ ਇਹਨਾਂ ਦੋਨਾਂ ਵਿੱਚੋਂ ਕਿਸੇ ਨਾਲ ਵੀ ਨਹੀਂ। ਆਈ ਰਿਪੀਟ, ਏ ਵੈਸਟਰਨ ਘਾਟਸ, ਬੀ ਈਸਟਰਨ ਘਾਟਸ, ਸੀ ਬੋਥ ਆਫ these or D none of these. And the correct answer is option A, Western Ghats. ਅਗਲਾ ਪ੍ਰਸ਼ਨ ਹੈ ਬੇਟਾ, ਉਸ ਜਗ੍ਹਾ ਦਾ ਨਾਮ ਦੱਸੋ ਜਿੱਥੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਮੀਂਹ ਪੈਂਦਾ ਹੈ। ਔਸਤ ਵਰਖਾ ਸਭ ਤੋਂ ਜ਼ਿਆਦਾ ਜਿੱਥੇ ਪੈਂਦੀ ਹੈ। ਆਈ ਰਿਪੀਟ, ਨੇਮ ਦਾ ਪਲੇਸ ਵਿਚ ਇਜ਼ ਵੈਟੈਸਟ ਇਨ ਦਾ ਵਰਲਡ। ਇੰਗਲਿਸ਼ ਵੈਟੈਸਟ ਕਹਿੰਦੇ ਆ, ਜਿੱਥੇ ਸਭ ਤੋਂ ਜ਼ਿਆਦਾ ਮੀਂਹ ਪੈਂਦਾ ਹੈ। ਉਹ ਜਗ੍ਹਾ ਦਾ ਨਾਮ ਦੱਸੋ ਜਿੱਥੇ ਸਾਲਾਨਾ ਔਸਤ ਵਰਖਾ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਦੇ ਆਪਸ਼ਨਸ ਹਨ ਬੇਟਾ, ਏ ਚਿਰਾਪੂੰਜੀ, ਬੀ ਮੌਸਿਨਰਾਮ, ਸੀ ਦਰਾਸ, ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਆਈ ਰਿਪੀਟ, ਏ ਚਿਰਾਪੂੰਜੀ, ਬੀ ਮੌਸਿਨਰਾਮ, ਸੀ ਦਰਾਸ or D none of these. And the correct answer is option B, Mausinram. ਬੇਟਾ ਹੁਣ ਜਲਦੀ ਤੋਂ ਜਲਦੀ ਆਪਣੇ ਆਨਸਰਸ ਲੌਕ ਕਰ ਦਿਓ, ਪਿਕਚਰ ਖਿੱਚੋ ਤੇ WhatsApp ਗਰੁੱਪ ਵਿੱਚ ਸੈਂਡ ਕਰੋ। ਜਿਹੜੇ ਬੱਚੇ WhatsApp ਗਰੁੱਪ 'ਚ ਹਾਲੇ ਐਡ ਨਹੀਂ ਹੋਏ ਉਹ ਡਿਸਕ੍ਰਿਪਸ਼ਨ ਵਿੱਚ ਜਾਣ, ਉੱਥੇ WhatsApp ਗਰੁੱਪ ਜੁਆਇਨ ਕਰ ਲੈਣ। ਥੈਂਕ ਯੂ ਬੇਟਾ, ਬਾਏ ਬਾਏ। ਸਾਰੇ ਵਿਨਰਸ ਨੂੰ ਬਹੁਤ ਬਹੁਤ ਵਧਾਈ ਇੱਕ ਵਾਰ ਫੇਰ।